नमस्कार फटाफट 100 देखने वाले दर्शकों का स्वागत है। मैं हाँ परविंदर। देश दुनिया विच की कुछ ਰਿਹਾ खास बिजनेस बॉलीवुड ਅਤੇ ਕਰਾਂਗੇ ਖੇਡ ਜਗਤ ਦੀ ਗੱਲ। ਸ਼ੁਰੂਆਤ ਕਰਾਂਗੇ ਸਵਾਈ ਖਬਰਾਂ ਨਾਲ। ਚੰਡੀਗੜ੍ਹ ਦੇ ਵਿੱਚ ਬਿਜਲੀ ਕਰਮਚਾਰੀਆਂ ਦੀ ਹੜਤਾਲ ਖਤਮ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਨਾਲ ਬਿਜਲੀ ਕਾਮਿਆਂ ਦੀ ਹੋਈ ਬੈਠਕ ਦੇ ਵਿੱਚ ਸਹਿਮਤੀ ਬਣਨ ਮਗਰੋਂ ਇਹ ਧਰਨਾ ਸਮਾਪਤ ਕੀਤਾ। ਦੱਸ ਦਈਏ ਕਿ ਚੰਡੀਗੜ੍ਹ 'ਚ ਹੁਣ ਤੱਕ 80% ਬਿਜਲੀ ਬਹਾਲ ਹੋ ਚੁੱਕੀ ਹੈ ਤੇ ਰਾਤ 10 ਵਜੇ ਤੱਕ ਪੂਰੇ ਸ਼ਹਿਰ 'ਚ ਬਿਜਲੀ ਬਹਾਲ ਹੋ ਜਾਵੇਗੀ। ਪੰਜਾਬ ਦੇ ਵਿੱਚ ਵੀ ਬਿਜਲੀ ਕਰਨ ਦੇ ਵਿੱਚ ਕੋਲਾ ਖਤਮ ਹੋਣ ਦਾ ਸੰਕਟ ਮੰਡਰਾ ਰਿਹਾ। ਤੁਹਾਨੂੰ ਦੱਸ ਦਈਏ ਕਿ ਗੋਇੰਦਵਾਲ ਥਰਮਲ ਪਲਾਂਟ ਦੇ ਵਿੱਚ 5 ਦਿਨਾਂ ਦਾ ਕੋਲਾ ਬਚਿਆ ਤੇ ਤਲਵੰਡੀ ਸਾਬੋ 'ਚ 2.5 ਦਿਨ ਦੀ ਵੀ ਤੇ ਰਾਜਪੁਰਾ ਥਰਮਲ 'ਚ 7 ਦਿਨ ਦਾ ਕੋਲਾ ਬਚਿਆ ਹੋਇਆ ਹੈ। ਲਹਿਰਾ ਦੇ ਵਿੱਚ 21 ਦਿਨ, ਰੋਪੜ ਥਰਮਲ ਪਲਾਂਟ ਦੇ ਵਿੱਚ 25 ਦਿਨਾਂ ਦਾ ਹੀ ਕੋਲਾ ਬਚਿਆ। ਤੁਹਾਨੂੰ ਦੱਸ ਦਈਏ ਕਿ ਝੋਨੇ ਦੀ ਸੀਜ਼ਨ ਦਰਮਿਆਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਕੋਲਾ ਤੇ ਰੇਲ ਢੋਆ ਢਾਈ ਮਹਿੰਗੀ ਹੋਈ ਹੈ। ਮੋਗਾ ਦੇ ਵਿੱਚ ਦਿਨ ਦਿਹਾੜੇ ਇੱਕ ਲੜਕੀ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸੁਰਖੀਆਂ ਦੇ ਵਿੱਚ। ਦਰਅਸਲ ਕੁੜੀ ਆਪਣੇ ਘਰ ਦੇ ਬਾਹਰ ਬੈਠੀ ਸੀ ਅਤੇ ਅਚਾਨਕ ਉਸ ਕੋਲ ਇੱਕ ਹਰਿਆਣਾ ਨੰਬਰ ਆਲਟੋ ਕਾਰ ਆ ਕੇ ਰੁਕੀ, ਜਿਸ ਦੇ ਵਿੱਚੋਂ 2 ਨੌਜਵਾਨ ਨਿਕਲਦੇ ਨੇ ਅਤੇ ਜ਼ਬਰਦਸਤੀ ਕੁੜੀ ਨੂੰ ਚੁੱਕ ਕੇ ਕਾਰ ਵਿੱਚ ਸੁੱਟ ਲੈਂਦੇ ਨੇ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਹੈ ਕਿ ਲੜਕੀ ਨੂੰ ਜ਼ਬਰੀ ਲੈ ਜਾਇਆ। ਇਸ ਮਾਮਲੇ ਵਿੱਚ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਪੱਖ ਸਾਹਮਣੇ ਨਹੀਂ ਆਇਆ। ਪਰ ਮੋਗਾ ਦੇ ਵਿੱਚ ਦਿਨ ਦਿਹਾੜੇ ਹੋਈ ਇਸ ਵਾਰਦਾਤ ਨੇ ਸੂਬੇ ਦੇ ਵਿੱਚ ਕਾਨੂੰਨੀ ਵਿਵਸਥਾ ਤੇ ਵੱਡੇ ਸਵਾਲ ਖੜੇ ਕੀਤੇ। ਕਰਾਲੀ ਪੁਲਿਸ ਦੇ ਵੱਲੋਂ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ। ਇਹਨਾਂ ਦੋਸ਼ੀਆਂ ਦੇ ਕੋਲੋਂ 7 ਲੱਖ ਰੁਪਏ ਦੇ ਮੋਬਾਈਲ ਵੀ ਬਰਾਮਦ ਹੋਏ ਨੇ ਅਤੇ LED ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਚਰਚਾ ਛਿੜੀ ਹੋਈ ਹੈ ਅਤੇ ਹਾਈ ਕੋਰਟ ਦੇ ਵੱਲੋਂ ਵੀ ਜਵਾਬ ਮੰਗਿਆ। ਹਰਜਿੰਦਰ ਧਾਮੀ ਨੇ ਕਿਹਾ ਕਿ ਜੇਲ੍ਹ ਦੇ ਕੈਦੀਆਂ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਹੈ। ਨਿੱਜੀਕਰਨ ਦੇ ਵਿਰੋਧ ਦੇ ਵਿੱਚ UT ਚੰਡੀਗੜ੍ਹ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਕਰਕੇ ਬਿਜਲੀ ਦਾ ਸੰਕਟ ਗਰਮਾ ਗਿਆ, ਜਿਸ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਤੁਰੰਤ ਨੋਟਿਸ ਲੈਂਦਿਆਂ ਹੋਇਆ ਚੀਫ ਇੰਜੀਨੀਅਰ ਨੂੰ ਤਲਬ ਕੀਤੀ ਹੈ ਤੇ ਉਧਰ UT ਪ੍ਰਸ਼ਾਸਨ ਨੇ ਜ਼ਰੂਰੀ ਸੇਵਾਵਾਂ ਐਕਟ ਦੇ ਤਹਿਤ UT ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਤੇ 6 ਮਹੀਨੇ ਦੀ ਪਾਬੰਦੀ ਲਗਾ ਦਿੱਤੀ ਹੈ। ਤੁਹਾਨੂੰ ਦੱਸੀਏ ਕਿ ਬਿਜਲੀ ਕਾਮਿਆਂ ਨੇ 22 ਤੋਂ 24 ਫਰਵਰੀ 3 ਦਿਨਾਂ ਹੜਤਾਲ ਦਾ ਐਲਾਨ ਕੀਤਾ ਸੀ, ਪਰ ਦੂਸਰੇ ਦਿਨ ਹੀ ਇਹਨਾਂ ਦੀ ਹੜਤਾਲ ਖਤਮ ਹੋ ਗਈ, ਜਿਸ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਹੋਣ ਵਾਲੀਆਂ ਸਰਜਰੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਤੇ ਉਸ ਵਕਤ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਅਜਿਹਾ ਹੁੰਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦਾ ਸੰਕਟ ਹੋਰ ਗਰਮਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ। ਸ਼ਾਇਦ ਇਸ ਦੇ ਚੱਲਦਿਆਂ ਖੁਦ ਜਾਗਰੂਕਤਾ ਦੀ ਘਾਟ ਹੈ ਜਾਂ ਫਿਰ ਸਮਾਜ ਵਿੱਚ ਨਵੇਂ ਪੈਂਦੇ ਕੰਮਾਂ ਦਾ ਬੋਝ ਹੈ। ਤਾਜ਼ਾ ਮਾਮਲਾ ਰੂਪਨਗਰ ਵਿਖੇ ਸਾਹਮਣੇ ਆਇਆ, ਜਿੱਥੇ ਕਿ ਇੱਕ ਸਕੂਲੀ ਵਿਦਿਆਰਥੀ ਦੇ ਵੱਲੋਂ ਸਰਹੰਦ ਨਹਿਰ ਦੀ ਰੈਲਿੰਗ ਤੋਂ ਨਹਿਰ ਦੇ ਵਿੱਚ ਛਾਲ ਲਾ ਦਿੱਤੀ, ਜਿਸ ਨੂੰ ਇੱਕ ਵਿਅਕਤੀ ਨੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਦੱਸਿਆ ਜਾਂਦਾ ਹੈ ਕਿ ਉਹ ਸਫਲ ਨਹੀਂ ਹੋ ਸਕਿਆ। ਇਹ ਵਿਦਿਆਰਥੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਿਦਿਆਰਥੀ ਦਾ ਅੱਜ ਪੇਪਰ ਸੀ ਅਤੇ ਇਹ 9ਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ। ਇਸ ਘਟਨਾ ਤੋਂ ਬਾਅਦ ਮਾਪਿਆਂ ਦਾ ਵੀ ਬੁਰਾ ਹਾਲ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਕਿਸੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਪੀੜ੍ਹੀ ਵੱਲੋਂ ਅਜਿਹੇ ਕਦਮ ਚੁੱਕਿਆ ਜਾਣਾ ਜ਼ਰੂਰੀ ਹੈ। ਅੰਮ੍ਰਿਤਸਰ ਦੇ ਇਲਾਕੇ ਸੁੰਦਰ ਨਗਰ ਵਿਖੇ ਇੱਕ ਵਿਅਕਤੀ ਦੇ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਖਬਰ ਸਾਹਮਣੇ ਆਈ। ਮ੍ਰਿਤਕ ਦੀ ਮਾਤਾ ਦੇ ਮੁਤਾਬਕ ਉਸ ਦੇ ਲੜਕੇ ਵੱਲੋਂ ਆਪਣੀ ਪਤਨੀ ਤੋਂ ਦੁਖੀ ਆ ਕੇ ਆਤਮ ਹੱਤਿਆ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਮ੍ਰਿਤਕ ਦੀ ਮਾਤਾ ਦੇ ਬਿਆਨ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਪਿਤਾ ਦੇ ਖਿਲਾਫ ਮਾਮਲਾ ਦਰਜ ਕੀਤਾ। ਫਰੀਦਕੋਟ ਤੋਂ ਅਕਾਲੀ ਬਸਪਾ ਉਮੀਦਵਾਰ ਬੰਟੀ ਰੁਮਾਣਾ ਨੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਅਕਾਲੀ ਬਸਪਾ ਜਿੱਤ ਦਾ ਵੀ ਦਾਅਵਾ ਕੀਤਾ। ਦੀਪ ਸਿੱਧੂ ਦੇ ਘਰ ਪਹੁੰਚੇ ਮਨਪ੍ਰੀਤ ਇਆਲੀ ਨੇ ਦਰਸ਼ਨ ਸ਼ਿਵਾਲਿਕ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਉੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਮਹਿਲ ਕਲਾਂ ਦੇ ਪਿੰਡ ਸਹੌਰ ਦੇ ਤੇਂਦੂਏ ਦੀਆਂ ਕੁਝ ਤਸਵੀਰਾਂ CCTV ਵਿੱਚ ਕੈਦ ਹੋਈਆਂ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੇਂਦੂਆ ਘਰ ਦੇ ਬਾਹਰ ਤੋਂ ਨਿਕਲਦਾ ਹੈ ਅਤੇ ਇਹ ਸਾਰਾ ਘਟਨਾ ਘਰ ਦੇ ਬਾਹਰ ਲੱਗੇ CCTV ਵਿੱਚ ਕੈਦ ਹੋ ਗਈ ਹੈ।
ਤੇਂਦੂਏ ਦੀ ਖਬਰ ਮਿਲਣ ਸਾਰ ਹੀ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤੇਂਦੂਏ ਦੀ ਸੀਸੀਟੀਵੀ ਵਿੱਚ ਤਸਵੀਰ ਕੈਦ ਹੋ ਚੁੱਕੀ ਹੈ। ਪਿੰਡ ਦੇ ਪਾਲਤੂ ਕੁੱਤਿਆਂ ਤੇ ਇੱਕ ਨੌਜਵਾਨ ਤੇ ਵੀ ਹਮਲੇ ਕੀਤੇ ਜਾਣ ਦੀ ਤੇਂਦੂਏ ਵੱਲੋਂ ਗੱਲ ਆਖੀ ਜਾ ਰਹੀ ਹੈ। ਫਿਲਹਾਲ ਜੰਗਲਾਤ ਵਿਭਾਗ ਦੇ ਵੱਲੋਂ ਤੇਂਦੂਏ ਦੀ ਭਾਲ ਕੀਤੀ ਜਾ ਰਹੀ ਹੈ। ਰੂਸ ਤੇ ਯੂਕਰੇਨ ਵਿੱਚ ਛਿੜੀ ਜੰਗ ਦੇ ਵਰਗੇ ਹਾਲਾਤਾਂ ਨੇ ਭਾਰਤੀ ਮਾਪਿਆਂ ਦੀ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਅਜਿਹੀ ਤਕਰੀਬਨ ਹਜ਼ਾਰਾਂ ਬੱਚੇ ਹਨ ਜਿਨ੍ਹਾਂ ਦੇ ਪੜ੍ਹਾਈ ਲਈ ਵਿਦੇਸ਼ ਗਏ ਹਨ, ਪਰ ਹੁਣ ਯੁੱਧ ਵਰਗੇ ਹਾਲਾਤਾਂ ਕਾਰਨ ਉਹ ਉੱਥੇ ਫਸ ਗਏ ਹਨ। ਜਿਨ੍ਹਾਂ ਦੇ ਵਿੱਚ ਕੁਝ ਬੱਚੇ ਵਾਪਸ ਪਰਤ ਆਏ ਨੇ ਅਤੇ ਕੁਝ ਫਲਾਈਟ ਕੈਂਸਲ ਜਾਂ ਫਿਰ ਫਲਾਈਟ ਦੇ ਰੇਟ ਬਹੁਤ ਜ਼ਿਆਦਾ ਹੋਣ ਕਰਕੇ ਵਾਪਸ ਨਹੀਂ ਪਰਤ ਸਕੇ। ਉੱਥੇ ਮਾਨਸਾ ਦੇ ਬਰੇਟਾ ਦੇ 3 ਨੌਜਵਾਨਾਂ ਵਿੱਚੋਂ 2 ਨੌਜਵਾਨ ਵਾਪਸ ਪਰਤ ਚੁੱਕੇ ਨੇ, ਪਰ ਇੱਕ ਅਜੇ ਵੀ ਯੂਕਰੇਨ 'ਚ ਫਸਿਆ ਹੋਇਆ ਹੈ। ਪਰਿਵਾਰਾਂ ਦੇ ਵੱਲੋਂ ਦੁੱਖ ਬਿਆਨ ਕਰਦੇ ਹੋਏ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਗਈ। ਉਹਦੇ ਕਨਾਲ ਦੀ ਸ਼ਿਵਾਨੀ, ਜੋ ਕਿ ਯੂਕਰੇਨ ਵਿੱਚ MBBS ਦੀ ਪੜ੍ਹਾਈ ਕਰ ਰਹੀ ਹੈ, ਉਸ ਦੇ ਪਿਤਾ ਨੇ ਦੱਸਿਆ ਹੈ ਕਿ ਸ਼ਿਵਾਨੀ ਨੇ ਯੂਕਰੇਨ ਤੋਂ ਆਉਣ ਜਾਣ ਦੀ ਟਿਕਟ 58,000 ਦੀ ਕਰਵਾਈ ਹੈ। ਉਹਦੇ ਜੋ ਭਾਰਤ ਸਰਕਾਰ ਦੇ ਵੱਲੋਂ 에ਅਰ ਇੰਡੀਆ ਦੀ ਫਲਾਈਟ ਭੇਜੀ ਗਈ ਸੀ, ਉਸ ਦੀ ਟਿਕਟ ਲਗਭਗ 60,000 ਰੁਪਏ ਰੱਖੀ ਗਈ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਆਮ ਟਿਕਟਾਂ ਵਾਂਗ ਹੀ ਫਲਾਈਟਾਂ ਦੇ ਦਾਮ ਕਰ ਦੇਣੇ ਚਾਹੀਦੇ ਨੇ ਤਾਂ ਜੋ ਬੱਚੇ ਜਲਦੀ ਆਪਣੇ ਪਰਿਵਾਰਾਂ ਦੇ ਕੋਲ ਪਹੁੰਚ ਸਕਣ। ਲੁਧਿਆਣਾ ਦੇ ਪ੍ਰਤਾਪ ਚੌਂਕ ਵਿਖੇ ਮਜ਼ਦੂਰਾਂ ਨੂੰ ਲਿਆਉਣ ਵਾਲੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਇਸ ਮੌਕੇ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ। 20 ਫਰਵਰੀ ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ, ਪਰ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਪਾਰਟੀਆਂ ਦੇ ਵੱਲੋਂ ਮਸ਼ੀਨਾਂ ਨਾਲ ਘਪਲੇਬਾਜ਼ੀ ਕੀਤੇ ਜਾਣ ਦਾ ਖੁਲਾਸਾ ਕੀਤਾ ਗਿਆ ਅਤੇ ਹੁਣ ਇਸੇ ਸ਼ਿਕਾਇਤ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪਟਿਆਲਾ ਦੇ ਮਹਿੰਦਰਾ ਕਾਲਜ 'ਚ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਮੁੱਖ ਚੋਣ ਅਧਿਕਾਰੀ ਡਾਕਟਰ S ਕਰੁਣਾ ਰਾਜੂ ਪਹੁੰਚੇ। ਇਸ ਦੌਰਾਨ ਉਹਨਾਂ ਮਸ਼ੀਨਾਂ ਦਾ ਜਾਇਜ਼ਾ ਲਿਆ। ਹੁਣ ਇੱਕ ਨਜ਼ਰ ਰਾਸ਼ਟਰੀ ਖਬਰਾਂ ਤੇ। ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਵਿੱਚ 10ਵੀਂ ਜਮਾਤ ਦੇ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ਆਫਲਾਈਨ ਪ੍ਰੀਖਿਆ ਤੋਂ ਤਣਾਅ ਦੇ ਵਿੱਚ ਆ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਕੋਤਵਾਲੀ ਥਾਣਾ ਇੰਚਾਰਜ ਨੇ ਦੱਸਿਆ ਹੈ ਕਿ 17 ਸਾਲਾ ਮੁੰਡੇ ਨੇ ਰਾਤ ਆਪਣੇ ਘਰ ਦੇ ਵਿੱਚ ਹੀ ਇਹ ਕਦਮ ਚੁੱਕਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਬੇਟੇ ਦੀ ਗਿਣਤੀ ਅੱਜ ਪ੍ਰੀਖਿਆ ਸੀ ਅਤੇ ਉਹ ਘਰ ਦੇ ਵਿੱਚ ਵੱਖਰੇ ਕਮਰੇ ਦੇ ਵਿੱਚ ਸੋ ਰਿਹਾ ਸੀ। ਪ੍ਰੀਖਿਆ ਦੇ ਦਿਨ ਉੱਠਣ ਦੇ ਲਈ ਸਵੇਰੇ 5 ਵਜੇ ਦਾ ਉਸ ਵੱਲੋਂ ਅਲਾਰਮ ਲਗਾਇਆ। ਸਵੇਰੇ ਜਦੋਂ ਅਲਾਰਮ ਵੱਜ ਰਿਹਾ ਸੀ ਤਾਂ ਮੁੰਡੇ ਦੇ ਪਰਿਵਾਰ ਦੇ ਮੈਂਬਰਾਂ ਨੇ ਉਸਦੇ ਕਮਰੇ ਵਿੱਚ ਆ ਕੇ ਦੇਖਿਆ ਤਾਂ ਮੁੰਡਾ ਘਰ ਦੀ ਛੱਤ ਨਾਲ ਚੁੰਨੀ ਦੇ ਸਹਾਰੇ ਲਟਕ ਰਿਹਾ ਸੀ। ਭਾਰਤ ਨੇ ਪਾਕਿਸਤਾਨ ਨਾਲ ਮਹੀਨਿਆਂ ਤੱਕ ਚੱਲੀ ਗੱਲਬਾਤ ਦੇ ਮਗਰੋਂ ਅਟਾਰੀ ਵਾਹਗਾ ਸਰਹੱਦ ਦੇ ਜ਼ਰੀਏ ਸੜਕ ਮਾਰਗ ਰਾਹੀਂ ਮਨੁੱਖੀ ਮਦਦ ਦੇ ਰੂਪ ਦੇ ਵਿੱਚ 50 ਟਰੱਕਾਂ ਦੇ ਵਿੱਚ 2500 ਮੈਟ੍ਰਿਕ ਟਨ ਕਣਕ ਦੀ ਪਹਿਲੀ ਖੇਪ ਅਫਗਾਨਿਸਤਾਨ ਨੂੰ ਰਵਾਨਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਿਕ 22 ਫਰਵਰੀ ਨੂੰ ਅੰਮ੍ਰਿਤਸਰ 'ਚ ਸੜਕ ਮਾਰਗ ਰਾਹੀਂ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਲਈ ਮਨੁੱਖੀ ਮਦਦ ਤਹਿਤ 50 ਟਰੱਕ 'ਚ 2500 ਮੈਟ੍ਰਿਕ ਟਨ ਕਣਕ ਦੀ ਪਹਿਲੀ ਖੇਪ ਰਵਾਨਾ ਕੀਤੀ ਗਈ ਹੈ। ਇਸ ਮੌਕੇ ਵਿਦੇਸ਼ ਸਕੱਤਰ ਹਰਸ਼ਵਰਧਨ ਸਿੰਗਲਾ ਦੇ ਨਾਲ ਅਫਗਾਨ ਦੇ ਰਾਜਦੂਤ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਡਾਇਰੈਕਟਰ ਵੀ ਮੌਜੂਦ ਨੇ। ਯੂਕਰੇਨ ਅਤੇ ਰੂਸ ਦੇ ਵਿਚਾਲੇ ਵੱਧ ਰਹੇ ਤਣਾਅ ਦੇ ਵਿਚਾਲੇ 에ਅਰ ਇੰਡੀਆ ਦਾ ਇੱਕ ਜਹਾਜ਼ ਪੂਰਬੀ ਯੂਰਪੀ ਦੇਸ਼ਾਂ ਦੇ ਕਰੀਬ 242 ਭਾਰਤੀਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ਤੇ ਉਤਰਿਆ। 에ਅਰ ਇੰਡੀਆ ਦੀ ਫਲਾਈਟ AI 1946 ਦੇ ਰਾਤ ਦੇ ਕਰੀਬ 11:40 ਤੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਸ ਨੇ ਕੀਵ ਬੋਰਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਾਮ ਕਰੀਬ 6 ਵਜੇ ਉਡਾਨ ਭਰੀ ਸੀ। ਇੱਕ ਨਜ਼ਰ ਪਾ ਲੈਂਦੇ ਹਾਂ ਅੰਤਰਰਾਸ਼ਟਰੀ ਖਬਰਾਂ ਤੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰਪਤੀ ਪੁਤਿਨ ਦੇ ਵੱਲੋਂ ਯੂਕਰੇਨ ਦੇ ਦੋ ਖੇਤਰਾਂ ਨੂੰ ਆਜ਼ਾਦ ਰਾਜਾਂ ਦੇ ਵਜੋਂ ਮਾਨਤਾ ਦੇਣ ਅਤੇ ਰੂਸੀ ਫੌਜੀਆਂ ਨੂੰ ਪੂਰਬੀ ਯੂਕਰੇਨ ਦੇ ਵਿੱਚ ਭੇਜਣ ਤੋਂ ਬਾਅਦ ਰੂਸ ਦੇ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਟਰੂਡੋ ਵੱਲੋਂ ਇੱਕ ਪ੍ਰੈਸ ਬਰੀਫਿੰਗ ਵਿੱਚ ਰੂਸ ਦੀਆਂ ਸੋਮਵਾਰ ਦੀਆਂ ਕਾਰਵਾਈਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਤਹਿਤ ਰੂਸ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਦੱਸਿਆ। ਉਨ੍ਹਾਂ ਕਿਹਾ ਕਿ ਕੈਨੇਡਾ ਯੂਕਰੇਨ ਦੇ ਵਿੱਚ ਦਾਖਲ ਹੋਣ ਦੇ ਆਦੇਸ਼ ਸਮੇਤ ਰੂਸੀ ਫੌਜੀ ਕਾਰਵਾਈ ਦੀ ਨਿੰਦਾ ਕਰਦਾ।
ਇਹ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰ ਅਖੰਡਤਾ ਦਾ ਸਪਸ਼ਟ ਉਲੰਘਣਾ ਹੈ। ਅਮਰੀਕਾ ਦੇ ਮਲੇਸ਼ੀਆ ਸਮੇਤ 4 ਏਸ਼ੀਆਈ ਦੇਸ਼ਾਂ ਨੂੰ ਯਾਤਰਾ ਦੇ ਲਈ ਸਭ ਤੋਂ ਵੱਧ ਜ਼ੋਖਮ ਵਾਲੇ ਸਥਾਨਾਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਸੀਡੀਸੀ ਨੇ ਭੂਟਾਨ, ਬੁਰੇਈ, ਈਰਾਨ ਅਤੇ ਮਲੇਸ਼ੀਆ ਨੂੰ ਚੌਥੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੈ। ਸੀਡੀਸੀ ਕਿਸੇ ਸਥਾਨ ਨੂੰ ਸ਼੍ਰੇਣੀ ਚੌਥੀ ਦੇ ਵਿੱਚ ਉਦੋਂ ਹੀ ਸੂਚੀਬੱਧ ਕਰਦਾ ਹੈ ਜਦੋਂ ਇੱਥੇ ਪਿਛਲੇ 28 ਦਿਨਾਂ ਦੇ ਵਿੱਚ ਪ੍ਰਤੀ 1 ਲੱਖ ਆਬਾਦੀ ਦੇ ਮਗਰ 500 ਤੋਂ ਜ਼ਿਆਦਾ ਕਰੋਨਾ ਕੇਸ ਦਰਜ ਕੀਤੇ। ਦੱਸਿਆ ਜਾ ਰਿਹਾ ਹੈ ਕਿ ਵਰਤਮਾਨ ਵਿੱਚ ਸੀਡੀਸੀ ਦੀ ਚੋਟੀ ਦੀ ਚੌਥੀ ਸ਼੍ਰੇਣੀ ਵਿੱਚ 140 ਦੇਸ਼ਾਂ ਦੇ ਨਾਮ ਹਨ ਜੋ ਦੁਨੀਆ ਭਰ ਵਿੱਚ ਓਮਿਕਰੋਨ ਦੀ ਤੇਜ਼ੀ ਨਾਲ ਫੈਲਣ ਨੂੰ ਦਰਸਾਉਂਦੀ ਹੈ। ਜਨਵਰੀ ਦੀ ਸ਼ੁਰੂਆਤ ਦੇ ਵਿੱਚ ਹੀ ਸੂਚੀ ਦੇ ਵਿੱਚ ਸਿਰਫ 80 ਦੇਸ਼ ਸ਼ਾਮਲ ਸਨ। ਪਿਛਲੇ ਹਫ਼ਤੇ ਦੱਖਣੀ ਕੋਰੀਆ ਵਿੱਚ ਅਤੇ ਫ੍ਰੈਂਚ ਪੋਲੋਨੀਆ ਨੂੰ ਚੌਥੇ ਦਰਜੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਬਿਜ਼ਨਸ ਦੇ ਵਿੱਚ ਕਿਹੜੇ ਰਹੇ ਉਤਾਰ ਚੜ੍ਹਾਅ, ਕਿਸ ਦਾ ਹੋਇਆ ਫਾਇਦਾ, ਕਿਸ ਦਾ ਹੋਇਆ ਨੁਕਸਾਨ, ਜਾਣਦੇ ਹਾਂ ਬਿਜ਼ਨਸ ਰਿਪੋਰਟ ਦੇ ਵਿੱਚ। ਏਅਰ ਇੰਡੀਆ ਦੇ ਪਾਇਲਟ ਅਤੇ ਕਰਮਚਾਰੀ ਨੂੰ ਦੋਹਰਾ ਤੋਹਫਾ ਮਿਲੇਗਾ। ਮਹਾਮਾਰੀ ਦੌਰਾਨ ਉਹਨਾਂ ਦੀ ਸੈਲਰੀ ਅਤੇ ਹੋਰ ਭੱਤਿਆਂ ਦੇ ਵਿੱਚ ਜੋ ਕਟੌਤੀ ਹੋਈ ਸੀ ਉਹ ਛੇਤੀ ਵਾਪਸ ਮਿਲੇਗੀ। ਦਰਅਸਲ ਏਅਰ ਇੰਡੀਆ ਨੇ ਨਵੇਂ ਮਾਲਕ ਟਾਟਾ ਸਮੂਹ ਦੇ ਤਨਖਾਹ ਅਤੇ ਭੱਤਿਆਂ ਦੇ ਪੂਰਨ ਗਠਨ ਦੇ ਹਿੱਸੇ ਵਜੋਂ ਆਪਣੀਆਂ 3 ਏਅਰਲਾਈਨਾਂ ਅਤੇ ਪਾਇਲਟਾਂ ਦੇ ਚਾਲਕਾਂ ਦਲ ਦੀ ਤਨਖਾਹਾਂ ਨੂੰ ਬਹਾਲ ਕਰਨ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਮਹਾਮਾਰੀ ਦੌਰਾਨ ਏਅਰ ਇੰਡੀਆ ਦੀ ਕਮਾਈ ਪ੍ਰਭਾਵਿਤ ਹੋਈ ਸੀ, ਜਿਸ ਕਰਕੇ ਪਾਇਲਟ ਦੇ ਸੰਚਾਲਕ ਦਲ ਦੀ ਬੇਸਿਕ ਤਨਖਾਹ, ਉਡਾਨ ਭੱਤੇ ਅਤੇ ਹੋਰ ਕਈ ਭੱਤਿਆਂ ਦੇ ਵਿੱਚ ਕਟੌਤੀ ਕੀਤੀ ਗਈ ਸੀ। ਮਾਮਲੇ ਨਾਲ ਜੁੜੇ ਟਾਟਾ ਗਰੁੱਪ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੰਪਨੀ ਕਰਮਚਾਰੀਆਂ ਲਈ ਭੱਤੇ, ਛੁੱਟੀ ਅਤੇ ਨੀਤੀ ਦੇ ਹੋਰ ਉਪਾਵਾਂ ਦਾ ਵਿਚਾਰ ਕਰ ਰਹੀ ਹੈ। ਵਿਸਤਾਰਾ ਏਅਰਲਾਈਨ ਦੇ ਇਸ ਸਾਲ ਦੇ ਆਖਿਰ ਦੇ ਤੱਕ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾ ਕੇ 5000 ਕਰਨ ਦੀ ਯੋਜਨਾ ਉਲੀਕੀ ਹੈ। ਆਪਣੀ ਕੁੱਲ ਸੇਵਾਵਾਂ 'ਚ ਸੁਧਾਰ ਦੇ ਟੀਚੇ ਦੇ ਨਾਲ ਏਅਰਲਾਈਨ ਆਪਣੇ ਸਮਰੱਥਾ ਦਾ ਪੂਰਾ ਇਸਤੇਮਾਲ ਕਰਨ ਅਤੇ ਬੇੜੇ ਦਾ ਵਿਸਤਾਰ ਦੀ ਕੋਸ਼ਿਸ਼ 'ਚ ਲੱਗੀ। ਫਿਲਹਾਲ ਵਿਸਤਾਰਾ ਏਅਰਲਾਈਨ ਨਾਲ ਕਰੀਬ 4000 ਕਰਮਚਾਰੀ ਜੁੜੇ ਹੋਏ ਹਨ। ਕੋਵਿਡ-19 ਦੇ ਕਰਕੇ ਹਵਾਬਾਜ਼ੀ ਸੇਵਾਵਾਂ ਤੇ ਪਏ ਵਿਆਪਕ ਅਸਰ ਤੋਂ ਇਹ ਖੇਤਰ ਉਭਰਨ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਹੋਇਆ। ਤੀਜੀ ਲਹਿਰ ਦਾ ਅਸਰ ਘੱਟ ਹੋਣ ਦੇ ਨਾਲ ਇੱਕ ਵਾਰ ਮੁੜ ਤੋਂ ਹਵਾਈ ਆਵਾਜਾਈ 'ਚ ਸਥਿਤੀ ਆਮ ਵਾਂਗ ਦਿਸਦੀ ਨਜ਼ਰ ਆ ਰਹੀ ਹੈ। ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਰਸੋਈ ਗੈਸ ਦੇ ਖਪਤਕਾਰਾਂ ਨੂੰ ਝਟਕਾ ਲੱਗਣ ਵਾਲਾ ਹੈ। ਮਹਿੰਗਾਈ ਦੀ ਮਾਰ ਤੋਂ ਪਰੇਸ਼ਾਨ ਆਮ ਲੋਕਾਂ ਲਈ ਅਪ੍ਰੈਲ ਤੋਂ ਖਾਣਾ ਬਣਾਉਣਾ ਮਹਿੰਗਾ ਹੋ ਸਕਦਾ ਹੈ। ਅਪ੍ਰੈਲ ਦੇ ਵਿੱਚ ਇਸ ਦਾ ਅਸਰ ਭਾਰਤ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਹੀ ਦੇਸ਼ ਦੇ ਵਿੱਚ ਗੈਸ ਦੀਆਂ ਕੀਮਤਾਂ ਵੀ ਦੁੱਗਣੀਆਂ ਹੋ ਸਕਦੀਆਂ। ਕੌਮਾਂਤਰੀ ਪੱਧਰ ਤੇ ਗੈਸ ਦੀ ਕਿੱਲਤ ਹੋਣ ਕਰਕੇ ਸਿਰਫ ਖਾਣਾ ਬਣਾਉਣਾ ਮਹਿੰਗਾ ਨਹੀਂ ਸਗੋਂ PNG ਅਤੇ ਬਿਜਲੀ ਦੀਆਂ ਕੀਮਤਾਂ ਵੀ ਵੱਧ ਜਾਣਗੀਆਂ। ਹੁਣ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਦੇ ਵੱਲ। ਅੱਜ ਮੈਕਸੀਕੋ ਚਲੀਏ ਫਿਲਮ ਰਿਲੀਜ਼ ਹੋਣ ਤੋਂ ਸਿਰਫ 3 ਦਿਨ ਪਹਿਲਾਂ ਹੀ ਰੂਹਾਨੀ ਗੀਤ ਭਲੀ ਕਰੇ ਕਰਤਾ ਰਿਲੀਜ਼ ਹੋ ਗਿਆ। ਇਸ ਗੀਤ ਦੇ ਵਿੱਚ ਆਪਣੇ ਬੱਚੇ ਤੋਂ ਵਿਛੜਦੇ ਸਮੇਂ ਮਾਂ ਦਾ ਦਰਦ ਦਰਸਾਇਆ ਗਿਆ। ਜਦੋਂ ਕੋਈ ਘਰ ਪਰਿਵਾਰ ਛੱਡ ਕੇ ਵਿਦੇਸ਼ ਜਾਂਦਾ ਹੈ ਤਾਂ ਪਤਾ ਨਹੀਂ ਹੁੰਦਾ ਜ਼ਿੰਦਗੀ ਅੱਗੇ ਕੀ ਰੰਗ ਲੈ ਕੇ ਆਵੇਗੀ। ਹਾਲਾਂਕਿ ਉਹ ਸਭ ਕੁਝ ਰੱਬ ਤੇ ਛੱਡ ਦਿੰਦਾ ਹੈ, ਇਹ ਸੋਚਦੇ ਹੋਏ ਕਿ ਰੱਬ ਆਪ ਸਭ ਭਲੀ ਕਰੇਗਾ। ਬਿਗ ਬੌਸ ਫੇਮ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਮਾਨ ਕੋਹਲੀ ਬੀਤੇ 7 ਮਹੀਨਿਆਂ ਤੋਂ ਡਰੱਗ ਕੇਸ ਤੇ ਚੱਲਦਿਆਂ ਜੇਲ੍ਹ ਦੇ ਵਿੱਚ ਬੰਦ। ਇਸ ਮਾਮਲੇ 'ਚ ਅਰਮਾਨ ਕੋਹਲੀ ਦੇ ਹਾਲ ਹੀ 'ਚ NDPC ਐਕਟ ਦੇ ਤਹਿਤ 14 ਦਿਨ ਦੀ ਅੰਤਿਮ ਜ਼ਮਾਨਤ ਦੀ ਮੰਗ ਕੀਤੀ ਸੀ। ਮੰਗਲਵਾਰ ਨੂੰ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅਰਮਾਨ ਕੋਹਲੀ ਦੀ ਅੰਤਰਿਮ ਜ਼ਮਾਨਤ ਤੇ ਸੁਣਵਾਈ ਕੀਤੀ। ਇਸ ਦੌਰਾਨ ਅਦਾਲਤ ਨੇ ਅਰਮਾਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਅਤੇ ਸ਼ਿਵਾਨੀ ਸਭ ਤੋਂ ਕੂਲ ਸੈਲੀਬ੍ਰਿਟੀ ਜੋੜਾ ਹੈ ਅਤੇ ਫਰਹਾਨ ਅਖਤਰ ਨੇ 19 ਫਰਵਰੀ ਨੂੰ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਰਚਾਇਆ। ਉੱਥੇ ਫਰਹਾਨ ਅਖਤਰ ਦੇ ਪਿਤਾ ਜਾਵੇਦ ਅਖਤਰ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਨੇ ਆਪਣੀ ਨਵੀਂ ਨੂੰਹ ਨਾਲ ਖੁਦ ਡਾਂਸ ਕੀਤੇ ਜਾਣ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਨੇ। ਬਾਲੀਵੁੱਡ ਦੇ ਸੁਪਰਹਿੱਟ ਗਾਣਿਆਂ ਦੇ ਵਿੱਚ ਵੱਖਰੇ ਅੰਦਾਜ਼ ਵਿੱਚ ਲੋਕਾਂ ਦੇ ਦਿਲ ਜਿੱਤਣ ਵਾਲੇ ਤੰਜਾਨੀਆ ਦੇ ਭੈਣ ਭਰਾ ਕਿਲੀ ਪੌਲ ਅਤੇ ਨੀਮਾ ਪੌਲ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੋ ਚੁੱਕੇ ਨੇ। ਹੁਣ ਕਿਲੀ ਪੌਲ ਨੂੰ ਤੰਜਾਨੀਆ ਦੇ ਭਾਰਤੀ ਹਾਈ ਕਮਿਸ਼ਨ ਵੱਲੋਂ ਸਨਮਾਨਿਤ ਕੀਤਾ। ਦਰਅਸਲ ਕਿਲੀ ਪੌਲ ਅਤੇ ਉਸ ਦੀ ਭੈਣ ਨੀਮਾ ਅਕਸਰ ਹੀ ਮਸ਼ਹੂਰ ਬਾਲੀਵੁੱਡ ਗੀਤਾਂ ਤੇ ਆਪਣੀ ਲਿਪਸਿੰਗ ਕਰਦੇ ਹੋਏ ਵੀਡੀਓ ਸ਼ੇਅਰ ਕਰਦੇ ਨੇ। ਭੈਣ ਭਰਾ ਦੀ ਇਹ ਜੋੜੀ ਨੂੰ ਕਿਆਰਾ ਅਵਾਰਡ, ਸਿਧਾਰਥ ਮਲਹੋਤਰਾ ਅਤੇ ਹੋਰ ਬਹੁਤ ਲੋਕਾਂ ਦਾ ਦਿਲ ਜਿੱਤ ਲਿਆ।
ਰੁਕ ਕਰਦੇ ਹਾਂ ਖੇਡ ਦੇ ਮੈਦਾਨ ਦਾ। 60 ਤੋਂ 2 ਮਹੀਨੇ ਬਾਅਦ ਫਿੱਟ ਹੋ ਕੇ ਭਾਰਤੀ ਟੀਮ ਦੇ ਵਿੱਚ ਵਾਪਸੀ ਕਰ ਰਹੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼੍ਰੀਲੰਕਾ ਦੇ ਖਿਲਾਫ ਪਹਿਲੇ T20 ਕੌਮਾਂਤਰੀ ਮੈਚ ਦੇ ਵਿੱਚ ਪਹਿਲਾਂ ਅਭਿਆਸ ਸੈਸ਼ਨ ਦੇ ਬਾਅਦ ਕਿਹਾ ਕਿ ਫਿਰ ਤੋਂ ਦੇਸ਼ ਲਈ ਖੇਡਣਾ ਸ਼ਾਨਦਾਰ ਅਹਿਸਾਸ। ਜਡੇਜਾ ਗੋਡੇ ਦੀ ਸੱਟ ਲੱਗਣ ਕਾਰਨ ਦੱਖਣੀ ਅਫਰੀਕਾ ਦੇ ਵੈਸਟ ਇੰਡੀਜ਼ ਖਿਲਾਫ ਪਿਛਲੇ 2 ਸੀਰੀਜ਼ 'ਚ ਨਹੀਂ ਖੇਡ ਸਕੇ ਹਨ। ਉਹ ਨਵੰਬਰ 'ਚ ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਸੀਰੀਜ਼ ਦੇ ਦੌਰਾਨ ਜ਼ਖਮੀ ਹੋ ਗਏ ਸਨ। ਜਡੇਜਾ ਨੇ ਕਿਹਾ ਹੈ ਕਿ ਭਾਰਤੀ ਟੀਮ ਦੇ ਵਿੱਚ ਵਾਪਸੀ ਕਰਕੇ ਚੰਗਾ ਲੱਗ ਰਿਹਾ ਹੈ। T20 ਅਤੇ ਟੈਸਟ ਸੀਰੀਜ਼ ਦੇ ਵਿੱਚ ਖੇਡ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ। ਦਾਨੀਲ ਮੇਦਵੇਦੇਵ ਨੇ ਮੈਕਸੀਕੋ ਓਪਨ ਟੈਨਿਸ ਟੂਰਨਾਮੈਂਟ 'ਚ ਬੋਨੀਓ ਨੂੰ 6-3, 6-4 ਨਾਲ ਹਰਾ ਕੇ ਦੂਜੇ ਦੌਰ ਤੇ ਪ੍ਰਵੇਸ਼ ਕਰਨ ਦੇ ਨਾਲ ਨੰਬਰ 1 ਰੈਂਕਿੰਗ ਹਾਸਲ ਕਰਨ ਦਾ ਆਪਣਾ ਕਵਾਇਦ ਜਾਰੀ ਰੱਖਿਆ। ਇਹ 26 ਸਾਲ ਦਾ ਰੂਸੀ ਖਿਡਾਰੀ ਜੇਕਰ ਇੱਥੇ ਖਿਤਾਬ ਜਿੱਤਣ ਦੇ ਵਿੱਚ ਸਫਲ ਰਹਿੰਦਾ ਹੈ ਤਾਂ ਉਹ ਨੋਵਾਕ ਜੋਕੋਵਿਚ ਨੂੰ ਪਿੱਛੇ ਛੱਡ ਕੇ ਚੋਟੀ ਤੇ ਕਾਬਜ਼ ਹੋ ਜਾਏਗਾ। ਪਿਛਲੇ ਸਾਲ ਯੂਐਸ ਓਪਨ 'ਚ ਜੇਤੂ ਤੇ ਇਸ ਸਾਲ ਆਸਟ੍ਰੇਲੀਆ ਓਪਨ 'ਚ ਉਤ ਜੇਤੂ ਅਤੇ ਮੇਦਵੇਦ ਪਹਿਲੀ ਵਾਰ ਮੈਕਸੀਕੋ 'ਚ ਖੇਡ ਰਹੇ ਹਨ। ਮੇਦਵੇਦੇਵ ਜੇਕਰ ਇਹ ਟੂਰਨਾਮੈਂਟ ਜਿੱਤ ਜਾਂਦਾ ਹੈ ਜਾਂ ਫਿਰ ਫਾਈਨਲ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਜੋਕੋਵਿਚ ਦੁਬਈ ਦੇ ਵਿੱਚ ਨਹੀਂ ਜਿੱਤਦਾ ਤਾਂ ਉਹ ਫਿਰ 2004 ਦੇ ਬਾਅਦ ਨੰਬਰ 1 ਤੇ ਪਹੁੰਚਣ ਵਾਲੇ 5ਵੇਂ ਖਿਡਾਰੀ ਦੇ ਵਿੱਚ ਸ਼ਾਮਲ। ਭਾਰਤੀ ਮਹਿਲਾ ਮੁੱਕੇਬਾਜ਼ ਨੀਤੂ ਅਤੇ ਅਨਾਮਿਕਾ ਨੇ ਪਹਿਲੇ ਪੜਾਅ ਵਿੱਚ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ ਤੇ ਉਹਨਾਂ ਨੇ ਬੁਲਗਾਰੀਆ ਦੇ ਸੋਫੀਆ ਦੇ ਵਿੱਚ ਆ ਰਹੀ 73ਵੀਂ ਸਟ੍ਰੈਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਟਰ ਫਾਈਨਲ ਦੇ ਵਿੱਚ ਵੀ ਜਗ੍ਹਾ ਬਣਾ ਲਈ ਹੈ। ਨੀਤੂ ਨੇ ਰੂਸ ਦੀ ਖਿਡਾਰਨ ਨੂੰ 5-0 ਨਾਲ ਹਰਾਇਆ ਜਦਕਿ ਅਨਾਮਿਕਾ ਨੇ ਇੱਕ ਹੋਰ ਖਿਡਾਰਨ ਨੂੰ 4-1 ਨਾਲ ਮਾਤ ਦਿੱਤੀ ਹੈ। ਫਟਾਫਟ 100 ਦੇ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।